सुन 92.7 बिग एफएम मैं ਤੁਹਾਡਾ ਆਪਣਾ ਖਾਦਮ ਦਿਲ ਤੋਂ ਦੇਸੀ ਤਨਵੀਰ ਐਂਡ ਗੱਲ ਕਰੀਏ ਜੇ ਇਸ ਟਾਈਮ ਮੇਰੇ ਨਾਲ ਬੜੇ ਕਮਾਲ ਦੀ ਪਰਸਨੈਲਿਟੀ ਉਹ ਜਿਹੜੇ ਮੇਰੇ ਖਿਆਲ ਚ ਨਾਰਥ ਦੇ ਵਿੱਚ ਤਾਂ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਨਾਮ ਸੁਣਿਆ ਸਾਡੀ ਪਰਸਨੈਲਿਟੀ ਉਹ ਜਿਹੜੇ ਆਪਣੇ ਅਲੱਗ ਸੈਲੀਬ੍ਰਿਟੀ ਨੇ ਇੱਕ ਹੋਰ ਫੀਲਡ ਦੇ ਵਿੱਚ ਵਰਲਡ ਰਿਕਾਰਡ ਬਣਾ ਚੁੱਕੇ ਨੇ ਬੜੀਆਂ ਹੱਡੀਆਂ ਤੋੜੀਆਂ ਇਹਨਾਂ ਨੇ ਐਂਡ ਇਹਨਾਂ ਦੀ ਪਰਸਨੈਲਿਟੀ ਦੇਖ ਕੇ ਲੱਗਦਾ ਵੀ ਹੈ ਕਿ ਤੋੜ ਵੀ ਸਕਦੇ ਨੇ ਪਹਿਲੀ ਗੱਲ ਤਾਂ ਡਾਕਟਰ ਲੱਗਦੇ ਨਹੀਂ ਹੈ ਕਿਸੇ ਪਾਸੋਂ ਮੈਂ ਗੱਲ ਕਰ ਰਿਹਾ ਡਾਕਟਰ ਮਨੋਜ ਵਾਧਵਾ ਜਿਹੜੇ ਡਾਇਰੈਕਟਰ ਐਂਡ ਹੈਡ ਮੈਕਸ ਐਲੀਟ ਇੰਸਟੀਚਿਊਟ ਆਫ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ ਮੈਕਸ ਹਸਪੀਟਲ ਮੋਹਾਲੀ ਐਂਡ ਸਰ ਫਸਟ ਆਫ ਆਲ ਇਹ ਪਰਸਨੈਲਿਟੀ ਦਾ ਰਾਜ਼ ਕੀ ਹੈ ਮੈਂ ਪਹਿਲਾਂ ਇਹ ਪੁੱਛਣਾ ਸਭ ਤੋਂ ਪਹਿਲਾਂ ਧਰਮਵੀਰ ਜੀ ਮੈਂ ਤਾਂ ਤੁਹਾਨੂੰ ਪੁੱਛਣ ਵਾਲਾ ਸੀਗਾ ਵੀਰੇ ਇਹਦੇ ਵਿੱਚ ਨਾ ਇੱਕ ਤੁਹਾਨੂੰ ਪਾਸ ਤੇ ਲੈ ਕੇ ਜਾਊਂਗਾ ਆਈ ਥਿੰਕ ਸ਼ਰੋਤਾ ਤੇ ਜਾਣਨਾ ਬੜਾ ਜ਼ਰੂਰੀ ਹੈ ਜਦੋਂ ਦਿੱਲੀ ਚ ਅਸੀਂ ਪੜ੍ਹਦੇ ਸੀਗੇ ਹੋਸਟਲ ਸੀਗੇ ਤੇ ਫਸਟ ਟਾਈਮ ਅਸੀਂ ਇੱਕ ਫੈਸ਼ਨ ਸ਼ੋ ਆਰਗੇਨਾਈਜ਼ ਕੀਤਾ ਨਾਨ ਮੈਡੀਕੋਜ਼ ਦੇ ਨਾਲ ਤੇ ਉਸ ਵੇਲੇ ਸੇ ਬੜੀ ਖੁਸ਼ੀ ਯਾਰ ਅਸੀਂ ਮੈਡੀਕੋਜ਼ ਹਾਂ ਤੇ ਲੜਕੀਆਂ ਨਾਨ ਮੈਡੀਕੋਜ਼ ਨੇ ਸਾਡਾ ਇੰਪ੍ਰੈਸ਼ਨ ਬੜਾ ਹੀ ਸੋਲਿਡ ਵੱਜੇਗਾ ਵੀ ਆਲ ਮੈਟ ਐਟ ਨਿਰਲਾਜ਼ ਇਨ ਦਿੱਲੀ ਪੁੱਛਦਾ ਕਿ ਫਸਟ ਕਮੈਂਟ ਲੜਕੀ ਨੂੰ ਦਿੱਤਾ ਯੂ ਡੋਂਟ ਲੁੱਕ ਲਾਈਕ ਅ ਮੈਡੀਕੋ ਯੂ ਨੋਟ ਲੁੱਕ ਲਾਈਕ ਗਲਾਸ ਇਜ਼ ਬ੍ਰੋਕਨ ਆਫ ਦ ਵਰਲਡ ਹੈਜ਼ ਗੋਨ ਡਾਊਨ ਯਾਰ ਇਹਨੇ ਸੁਪਨੇ ਲਿੱਤੇ ਸੀ ਚਕਨਾਚੂਰ ਹੋ ਗਏ ਇਹ ਕੰਪਲੀਮੈਂਟ ਹੈ ਐਕਚੁਅਲੀ ਮੈਂ ਪੁੱਛਿਆ ਵਾਈ ਡਿਡ ਯੂ ਸੇ ਸੋ ਫਿਰ ਬੰਨੇ ਯਾਰ ਜੋ ਮੈਨੂੰ ਡਾਕਟਰ ਦੀ ਡਿਸਕ੍ਰਿਪਸ਼ਨ ਦਿੱਤੀ ਨਾ ਉਹ ਸ਼ਰਮ ਆ ਗਈ ਬਸ ਕੀ ਸੀ ਡਾਕਟਰਸ ਆਰ ਸਪੋਜ਼ਡ ਟੂ ਬੀ ਦ ਮੋਸਟ ਲਾਊਜ਼ੀ ਕਰੈਕਟਰਸ they don't know how to carry themselves baal chipke hue chappal pehne hue and she went on as if the most moronic people are medicos so for me if I don't look like a medico it was the compliment oh that is so ਡੈਫੀਨਿਟਲੀ ਜਦੋਂ ਤੁਸੀਂ ਮਿਡਲ ਕਲਾਸ ਤੋਂ ਗਰੋ ਕਰਦੇ ਹੋ ਤੁਹਾਡੇ ਸੁਪਨੇ ਵੀ ਸੀਮਿਤ ਹੁੰਦੇ ਨੇ ਉਹਨਾਂ ਦੀ ਕੰਟੇਨਮੈਂਟ ਹੁੰਦੀ ਹੈ ਬਟ ਐਜ਼ ਲੌਂਗ ਐਸ ਤੁਸੀਂ ਵੱਧਦੇ ਜਾਓਗੇ ਮੈਨੂੰ ਹਾਲੇ ਵੀ ਯਾਦ ਜਦੋਂ ਆਲ ਇੰਡੀਆ ਥਰੂ ਆਈ ਬਿਲੋਂਗ ਟੂ ਅੰਮ੍ਰਿਤਸਰ ਵਿਚ ਇਜ਼ ਅ ਸਮਾਲ ਪਾਰਟ ਅਪ ਨਾਰਥ ਤੇ ਦਿੱਲੀ ਪਹੁੰਚਣ ਲਈ ਆਲ ਇੰਡੀਆ ਸਿਲੈਕਸ਼ਨ ਸੀਗੀ ਯਾਰ 10 ਜਣੇ ਪੂਰੇ ਇੰਡੀਆ ਸਿਲੈਕਟ ਹੋਣਗੇ ਮੈਂ ਦਿੱਲੀ ਚ ਗਿਆ ਮੈਂ ਪੂਰੀ ਭੀੜ ਦੇਖੀ ਮਾਈ ਫਾਦਰ ਵਾਜ਼ ਦੇਅਰ ਵਿਦ ਮੀ ਐਂਡ ਆਈ ਵਾਜ਼ ਟਰਾਈਂਗ ਟੂ ਐਂਟੀਸਿਪੇਟ ਯਾਰ ਇਸ ਪੂਰੀ ਜਗ੍ਹਾ ਤੇ 1200 ਲੋਕੀ ਆਏ ਹੋਏ ਹੈ ਪ੍ਰੋਬਬਲੀ ਇੱਕ ਜਣਾ ਇਸ ਮੁਕਾਮ ਤੱਕ ਪਹੁੰਚੇਗਾ ਵਿਸ਼ਵਾਸ ਨਹੀਂ ਆਉਂਦਾ ਸੀ ਪਰ ਜਦੋਂ ਉਸਨੂੰ ਜਿੱਤ ਲਿਆ ਫਿਰ ਇੱਕ ਫਖਰ ਤੇ ਗ੍ਰੈਟੀਟਿਊਡ ਦੀ ਫੀਲਿੰਗ ਆਈ ਯਾਰ ਕਿ ਉੱਪਰ ਵਾਲੇ ਦੀ ਬੜੀ ਮਿਹਰਬਾਨੀ ਹੈ ਦੇयर इज द ब्लेसिंग्स अक्रॉस हार्ड वर्क डेफिनेटली कम्स अक्रॉस सो nothing comes without hard work that's what it is and the best part coming back home ਜਿਸ ਇੰਨੇ ਸਾਲ ਬਾਹਰ ਰਹੇ ਸਭ ਤੋਂ ਵਧੀਆ ਚੀਜ਼ ਕਰ ਕੇ ਹੈ ਯਾਰ ਜੋ ਰੈਕਗਨੀਸ਼ਨ ਆਪਣੇ ਲੋਕਾਂ ਦੇ ਵਿੱਚ ਹੈ ਜੋ ਆਪਣੇ ਲੋਕਾਂ ਦੀ ਸੇਵਾ ਕਰਕੇ ਖੁਸ਼ੀ ਮਿਲਦੀ ਹੈ that is a kick off life यार सेलिब्रिटीज की तो उम्र होंगी है ना तो दे आल्सो एज आउट सो होंदा ये यार कि आई थिंक इट्स ऑल अ फेथ ਵਿਸ਼ਵਾਸ ਹੈ ਮੈਂ ਵਿਸ਼ਵਾਸ ਲਈ ਤੁਹਾਨੂੰ ਦੱਸਾਂਗਾ ਤੇ ਇਹ ਸਾਰਾ ਕੁਐਸਚਨ ਮੈਂ ਚਾਹਨਾ ਕਿ ਜਿਹੜੇ ਵੀ ਸਰੋਤਾ ਨੇ ਜਾਂ ਇਹਨਾਂ ਦੇ ਬੱਚੇ ਅਬਰੋਡ ਨੇ ਇਹ ਉਹਨਾਂ ਜਦੋਂ ਇੱਕ ਸਟੇਜ ਸੀਗੀ ਜਦੋਂ ਮੈਂ ਯੂਕੇ ਰਹਿੰਦਾ ਸੀਗਾ ਤੇ ਉਸ ਵੇਲੇ ਹਰ 4 ਮਹੀਨੇ ਬਾਅਦ ਇੰਡੀਆ ਆਉਂਦਾ ਸੀ ਆਪਰੇਸ਼ਨ ਕਰਨ ਲਈ ਹਮੇਸ਼ਾ ਮਨ ਚ ਡਾਊਟ ਹੁੰਦਾ ਸੀ ਯਾਰ ਐਡਵਾਂਸ ਸਿਟੀ ਚ ਐਡਵਾਂਸ ਪਲੇਸ ਤੇ ਬੈਠਾ ਈਜ਼ੀ ਲਾਈਫ ਹੈ ਇੰਡੀਆ ਜਾਵਾਂ ਨਾ ਜਾਵਾਂ ਬਟ ਇੱਕ ਚੀਜ਼ ਹੁੰਦੀ ਸੀ ਜਦੋਂ ਇੰਡੀਆ ਆਉਂਦਾ 4 ਮਹੀਨੇ ਬਾਅਦ ਲੋਕੀ ਕਹਿੰਦੇ ਸੀ ਕਿ ਸਾਨੂੰ ਪਤਾ ਤੁਸੀਂ ਚੱਲ ਜਾਓਗੇ ਪਰ ਡਾਕਟਰ ਸਾਹਿਬ ਆਪਰੇਸ਼ਨ ਆਪਣੇ ਹੱਥੀਂ ਕਰ ਦਿਓ ਤੁਹਾਡੀ ਜਿਹੜੀ ਦਵਾਈ ਦਿੱਤੀ ਹੈ ਨਾ ਐਸੇ 4 ਮਹੀਨੇ ਖਾਂਦੇ ਰਹੋ ਕਿਸੇ ਹੋਰ ਨੂੰ ਨਹੀਂ ਦਿਖਾਣਾ ਸੋ ਦੇयर इज वन थिंग दैट आई लर्नड ਵਿਸ਼ਵਾਸ ਟਰਸਟ ਫੇਥ ਸਭ ਤੋਂ ਪਿਆਰੀ ਚੀਜ਼ ਹੈ ਮੈਂ ਇੱਕੋ ਗੱਲ ਸੋਚਦਾ ਸੀ ਯਾਰ ਬਾਹਰ ਮੈਂ ਹਾਂ ਜਾਂ ਨਹੀਂ ਹਾਂ ਸਿਸਟਮ ਚੱਲਦਾ ਰਹੇਗਾ ਕੋਈ ਨਹੀਂ ਹਿੱਲਣ ਵਾਲਾ ਨਾ ਮੇਰੇ ਹੋਣ ਨਾਲ ਕੋਈ ਫਰਕ ਪੈਂਦਾ ਹੈ ਲੇਕਿਨ ਆਪਣੇ ਦੇਸ਼ ਜਾ ਕੇ ਜੋ ਪਿਆਰ ਜੋ ਮੁਹੱਬਤ ਹੈ ਉਹ ਬੜੀ ਕਾਬਲੇ ਤਾਰੀਫ ਹੈ ਸੋ ਇਸ ਲਈ ਜਿਹੜੇ ਵੀ ਲੋਕੀ ਜਿਹੜੇ ਬਾਹਰ ਸੁਪਨੇ ਲੈਂਦੇ ਰਹਿੰਦੇ ਬਾਹਰ ਅਬਰੋਡ ਲਾਈਫ ਵੀ ਹੈਵ ਆਲ ਲਿਵਡ ਦੋਜ਼ ਲਾਈਫਸ ਅਸੀਂ ਬਾਹਰ ਵੀ ਰਹੇ ਹਾਂ ਇੰਡੀਆ 'ਚ ਰਹੇ ਹਾਂ ਸਟੱਡੀਡ ਐਟ ਮੈਟਰੋਜ਼ ਆਲ ਥਰੂ ਆਊਟ ਬਟ ਲੇਕਿਨ ਜੋ ਪੰਜਾਬ 'ਚ ਰਹਿਣ ਦਾ ਮਜ਼ਾ ਹੈ ਉਹਦੇ ਗੁਰੂ ਮਜ਼ਾ ਹੀ ਵੱਖਰੇ ਨੇ ਯਾਰ ਸੱਚ ਬੋਲੀਏ ਤਾਂ ਇਟਸ ਅ ਰੇਸ ਅਗੇਂਸਟ ਟਾਈਮ ਬਿਕੋਜ਼ ਇੱਕ ਪ੍ਰੋਫੈਸ਼ਨਲ ਹੋਣ ਤੋਂ ਨਾਤੇ ਤੁਸੀਂ ਯੂ ਆਰ ਆਲਸੋ ਅ ਸਨ you're also a husband, you're also a father, you're also a friend, so you have to contain. So ਪਹਿਲੀ ਚੀਜ਼ ਜਿਹੜੀ ਅਸੀਂ ਬਹੁਤ ਜ਼ਿਆਦਾ ਵਰਕਅਪ ਕਰਦੇ ਹਾਂ ਉਹ ਹੈ ਟਾਈਮ ਐਫੀਸ਼ੀਐਂਸੀ ਜਿਹੜੀ ਵੀ ਚੀਜ਼ ਕਰ ਰਹੇ ਹਾਂ ਉਹਨੂੰ ਕੰਪਲੀਟ ਕਰਾਂਗੇ ਦੂਸਰਾ ਲਾਈਕ ਆਮ ਅਰਲੀ ਬਰਡ ਐਫੀਸ਼ੀਐਂਸੀ ਸਕੇਲ ਐਨਾਲਾਈਜ਼ ਕਰਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਮੇਰੀ ਐਫੀਸ਼ੀਐਂਸੀ ਸਵੇਰੇ 5:30 ਤੋਂ ਲੈ ਕੇ 10 ਵਿੱਚ ਪੀਕ ਹਾਈ ਹੁੰਦੀ ਹੈ ਸੋ ਆਈ ਵੁੱਡ ਲਾਈਕ ਟੂ ਯੂਟਿਲਾਈਜ਼ ਦ ਅਰਲੀ ਮਾਰਨਿੰਗ ਸਲੋਟਸ ਠੀਕ ਹੈ ਉਹਦੇ ਵਿੱਚ ਤੀਸਰਾ ਹੈ ਕਿ सेम वही है कि इफ हेल्थ इज देयर एवरीथिंग इज देयर तो आई टेक आउट टाइम कि शामी में एक घंटा एक्सरसाइज या जिम कोई भी चीज़ जरूर करनी है इट हेल्प्स 2 ways एक टू कंडीशन द बॉडी सेकंड टू ब्रिंग अ मेंटल बैलेंस बिकॉज बड़ा इंपॉर्टेंट है कि सवेरे जो दिन स्टार्ट होना है योर बैटरी इज रिचार्ज्ड एंड यू आर एक्टिव यू आर फ्रेश टू फाइट अ डे
फ्री टाइम चलो पहले तो मिलता ही बड़ा घट है, जिन्ना मिलता है आई वुड लव टू स्पेंड विद माई किड्स बिकॉज वो चीज़ घट मिलती है ਉਹਦੇ ਵਿੱਚ करके आई वुड लव टू डू जिम विद माई सन एंड सी a youngster crossing me through and even if I get otherwise यार सारे डॉक्टर टाइप ए ਹੁੰਦੇ ਨੇ ਡਿਫੀਟ ਇਜ਼ੀਲੀ ਮੰਨਦੇ ਨਹੀਂਗੇ ਪਰ ਜਦੋਂ ਤੁਹਾਡਾ ਅਗਲਾ ਵਾਰਿਸ ਤੁਹਾਨੂੰ ਕ੍ਰਾਸ ਕਰਦਾ ਹੈ that's only time you feel ਯਾਰ ਠੀਕ ਹੈ let him cross ਇੱਕ ਸਭ ਤੋਂ ਚੈਲੰਜਿੰਗ ਕੇਸ ਸੀਗਾ ਆਈ ਸਟਿਲ ਰਿਮੈਂਬਰ ਦ ਗਰਲਸ ਨੇਮ ਵਾਸ ਸੀਮਾ ਸੂਦ ਬਿਟਸ ਮਿਲਾਨੀ ਦੀ 골ਡ ਮੈਡਲਿਸਟ ਸੀਗੀ ਅਨਮੈਰਿਡ ਲੜਕੀ 28-30 ਸਾਲ ਦੀ ਐਂਡ ਉਹ ਇੰਪੋਰਟੈਂਟ ਇਸ ਲਈ ਸੀਗੀ ਬਿਕॉज ਉਹਦੇ ਗਠੀਆ ਕਰਕੇ ਦੋਨੋਂ ਗੋਡੇ ਚੂਲੇ ਮੋਢੇ ਤਿੰਨੋਂ ਚੀਜ਼ ਖਰਾਬ ਸੀਗੇ and she was handicapped and she was the first case who demand mercy killing from the president of India. She was euthanasia case. So I was contacted by government of Himachal Pradesh mein unhone dono knee joints hip joints replace kiite and she was walking. ਸਭ ਤੋਂ ਵੱਡੀ ਖੁਸ਼ੀ ਐ ਸੀਗੀ that I got a call from ਰਾਸ਼ਟਰਪਤੀ ਭਵਨ from the president of India complimenting ਤੇ ਉਸ ਤੋਂ ਬਾਅਦ ਬਹੁਤ ਸਾਰੇ young ਲੜਕੀਆਂ ਹੋਰ ਆਈਆਂ ਇੱਕ ਚੀਜ਼ ਸਿੱਖੀ ਕਿ ਸਾਡੇ ਕੰਟਰੀ 'ਚ ਅਵੇਅਰਨੈਸ ਦੀ ਬੜੀ ਕਮੀ ਹੈ ਲੋਕੀ ਕੀ ਹੁੰਦਾ ਇੱਕ ਪ੍ਰੋਬਲਮ ਆਈ somebody lives in ਹਿਮਾਚਲ ਆਪਣੇ ਆਸ-ਪਾਸ ਦੇ 50 ਕਿਲੋਮੀਟਰ 100 ਕਿਲੋਮੀਟਰ ਦੇ ਦਾਇਰੇ 'ਚ ਐਕਸਪਲੋਰ ਕਰਨਗੇ ਪੀਪਲ ਸੇ ਕੁਝ ਨਹੀਂ ਹੋ ਸਕਤਾ ਦੇ ਵਿਲ ਟੇਕ ਇਟ ਐਜ਼ ਅ ਡੈਸਟੀਨੀ ਐਂਡ ਥਿੰਕ ਆਫ ਡਿਪਰੈਸ਼ਨ ਜਾਂ ਮੈਂ ਜਿਸ ਕਹਿ ਰਿਹਾ ਮਰਸੀ ਕਿਲਿੰਗ ਔਰ ਸੋ ਹੁਣ ਸਾਇੰਸ ਅੱਗੇ ਨਿਕਲ ਗਈ ਇਹ ਜਾਗਰੂਕਤਾ ਬੜੀ ਬਿਕॉज she was the first UCC petitioner president of India involved ਸੀਗੇ got a listen from them ਇਸ ਕਰਕੇ ਮੀਡੀਆ ਹਾਈਪ ਮਿਲਿਆ when media hype got through ਤਾਂ ਕਿੰਨੇ ਹੀ ਸਾਰੇ ਹੋਰ ਇਹੋ ਜਿਹੇ ਹੋਰ ਨਿਕਲੇ ਸੋ ਉਹਦੇ ਵਿੱਚ ਇੱਕ ਬੜੀ ਖੁਸ਼ੀ ਮਿਲੀ ਕਿ ਇੱਕ ਯੰਗ ਲੜਕੀ ਜਿਹੜੀ ਕੱਲ ਮਰਨਾ ਚਾਹੁੰਦੀ ਸੀ ਹੁਣ ਯਾਰ ਉਹ ਨੱਚ ਰਹੀ ਹੈ ਡਾਂਸ ਕਰ ਰਹੀ ਹੈ ਸੋ ਜਿਸ ਮੈਂ ਤੁਹਾਨੂੰ ਕਿਹਾ ਸੀਗਾ ਯਾਰ that is our kick of life no money can give that very important ਖਾਸ ਕਰਕੇ ਇਸ ਕਰਕੇ ਸੋਚਦਾ ਸੀ ਜਦੋਂ ਅਸੀਂ ਅਬਰੋਡ ਰਹਿੰਦੇ ਸੀ ਨਾ ਸਾਨੂੰ ਲੱਗਦਾ ਸੀ ਸਾਡੇ ਇੱਥੇ ਲੋਕੀ ਤੇ ਕੁਝ ਪੁੱਛਦੇ ਹੀ ਨਹੀਂ ਸਵਾਲ ਤੇ ਇਹਨਾਂ ਨੇ ਕਹਿਣਾ ਡਾਕਟਰ ਸਾਹਿਬ ਜੋ ਆਪ ਕਰੋਗੇ ਬੜੀਆ ਹੈ ਆਪ 'ਤੇ ਵਿਸ਼ਵਾਸ ਹੈ ਬਟ ਟੁਡੇ ਦੈਟ ਪੋਰਸ਼ਨ ਚੇਂਜ ਦੇ ਸਟਿਲ ਟਰਸਟ ਪਰ ਅੱਜ ਡੇਟ ਉਹ ਸਾਰਾ ਐਕਸਪਲੋਰ ਕਰਕੇ ਆਉਂਦੇ ਨੇ ਹਰ ਟੌਪਿਕਲ ਉਸ ਦਿਨ ਮੈਂ ਕਿਸੇ ਯੰਗ ਲੜਕੇ ਦਾ ਹਿਪ ਰਿਪਲੇਸਮੈਂਟ ਚੂਲਾ ਬਦਲਿਆ ਤੇ ਉਹਨੇ ਮੈਨੂੰ ਦੱਸਿਆ ਕਿ 400 ਬੰਦਿਆਂ ਦਾ ਇੱਕ ਫੇਸਬੁੱਕ ਗਰੁੱਪ ਬਣਿਆ ਹੋਇਆ ਹੈ ਫਰਮ ਜੈਪੁਰ ਔਰ ਦੋਸ ਪਲੇਸਿਸ ਆਈ ਵਾਸ ਸਰਪ੍ਰਾਈਜ਼ ਕਿ ਲੋਕੀ ਕਿੱਥੋਂ ਕਿੱਥੋਂ ਕਾਲ ਕਰ ਰਹੇ ਹੈ ਐਂਡ ਫੇਸਬੁੱਕ ਤੇ ਆਪਣੇ ਆਪਣੇ ਕਮੈਂਟਸ ਲੋਡ ਕਰਦੇ ਨੇ ਸੋ ਟੁਡੇ ਇਟਸ ਅ ਚੇਂਜ ਵਰਲਡ ਹੁਣ ਜਿਹੜੇ ਵੀ ਪੇਸ਼ੈਂਟਸ ਆਉਂਦੇ ਨੇ ਹੁਣ ਤੁਹਾਨੂੰ ਲੱਗੇਗਾ ਕਿ ਯਾਰ ਰੂਰਲ ਏਰੀਆ ਤੋਂ ਆ ਰਿਹਾ ਇਹਨੂੰ ਕਿਹੜਾ ਪਤਾ ਹੋਣਾ ਹੈ ਉਹ ਵੈਬਸਾਈਟ ਤੁਹਾਡੀ ਸਰਫ ਕਰਕੇ ਪੇਸ਼ੈਂਟ ਕਮੈਂਟਸ ਦੇਖਣ ਤੋਂ ਬਾਅਦ ਜਾਂ ਉਹਨਾਂ ਦੇ ਬੱਚੇ ਜਿਹੜੇ ਅਮਰੀਕਾ ਰਹਿੰਦੇ ਨੇ ਉਹ ਤੁਹਾਡਾ ਹੋਮਵਰਕ ਪੂਰਾ ਕਰਦੇ ਨੇ ਮੈਂ ਤਾਂ ਕਦੇ ਹੱਸਦਾ ਹੁੰਦਾ ਯਾਰ ਮੇਰੇ ਸੱਸ ਸਹੁਰੇ ਨੇ ਮੇਰੇ ਬਾਰੇ ਉਹਨਾਂ ਪਤਾ ਨਹੀਂ ਕੀਤਾ ਉਹਨਾਂ ਜਿੰਨਾ ਮਰੀਜ਼ ਪਤਾ ਕਰਦੇ ਨੇ so they do a proper homework so isliye social media is active in a good parameter ਆਪਣੀ ਬਿਮਾਰੀ ਬਾਰੇ ਸਮਝਣਾ ਤੇ ਉਹਦੇ ਲਈ ਕੰਸੈਂਟਡ ਡਿਸੀਜਨ ਲੈਣਾ ਬੜਾ ਇੰਪੋਰਟੈਂਟ ਹੈ ਇਨਸਾਨ ਡਿਸੀਜਨ ਉਹੀ ਲੈਂਦਾ ਪਰ ਉਹ ਪੜਨ ਤੋਂ ਬਾਅਦ ਇੱਕ ਵਿਜ਼ਡਮ ਚ ਡਿਸੀਜਨ ਲੈਂਦਾ ਹੈ ਤੇ ਸੋਸ਼ਲ ਮੀਡੀਆ ਇਜ਼ ਐਕਸਪੈਂਡਿੰਗ ਇਟਸ ਗੋਇੰਗ ਟੂ ਬੀ ਐਨ ਐਪੀਡੈਮਿਕ ਇਟਸ ਕੰਟਰੋਲ ਬਟ ਇਹ ਕਿ ਕੰਟਰੋਲ ਬਹੁਤ ਜ਼ਰੂਰੀ ਹੈ ਬਹੁਤ ਵਾਰੀ ਐਕਸੈਸਿਵ ਨੌਲੇਜ ਉਹਨੂੰ ਕਨਫਿਊਜ਼ ਵੀ ਕਰ ਦਿੰਦੀ ਹੈ ਨੌਲੇਜ ਅਪ ਟੂ ਅ ਸਰਟਨ ਲੈਵਲ ਇਜ਼ ਗੁੱਡ ਬਟ ਬਿਯੋਂਡ ਦੈਟ ਇਟ ਇਜ਼ ਅ ਕਨਫਿਊਜ਼ਨ ਉਹ ਕਨਫਿਊਜ਼ਨ ਦੀ ਹੱਦ ਤੱਕ ਨਹੀਂ ਜਾਣਾ ਚਾਹੀਦਾ ਅਦਰਵਾਈਜ਼ ਐਵਰੀਥਿੰਗ ਇਜ਼ ਪਰਫੈਕਟ ਯਾਰ ਇਹ ਦੇਖਣਾ ਪੈਂਦਾ ਕਿ ਉਸ ਵੇਲੇ ਕਿਹੜੀ ਬ੍ਰਾਈਬ ਕੰਮ ਕਰੇਗੀ ਉਹ ਡਿਨਰ ਕੰਮ ਕਰੇਗਾ ਜਾਂ ਰੋਜ਼ ਫਲਾਰ ਕੰਮ ਕਰੇਗਾ ਇਹ ਤੇ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਦੇयर इज नो वन ਫਾਰਮੂਲਾ ਤੁਸੀਂ ਵੀ ਭੁੱਲਦੇ ਹੋ ਮਤਲਬ ਐਨੀਵਰਸਰੀ ਡੇਟਸ ਬਰਥਡੇ ਅਰੇ ਇਹ ਤੇ ਮੇਰਾ ਇੱਕ ਮੈਂ ਤੇ ਪਹਿਲਾਂ ਹੀ ਕਨਫੈਸ ਕਰ ਲਿਆ ਸੀ ਇਹ ਮੈਨੂੰ ਯਾਦ ਰਹਿੰਦੀ ਨਹੀਂ ਮੈਂ ਤੇ ਪਹਿਲਾਂ ਹੀ ਗੋਡੇ ਟੇਕ ਲਏ ਸੀ ਕਿ ਮੇਰੇ ਵੱਸ ਦਾ ਨਹੀਂ ਹੈ ਭੁੱਲਦਾ ਬੜੀ ਵਾਰੀ ਭੁੱਲਦਾ ਕੋਈ ਕਿੱਸਾ ਤੇ ਇੱਕ ਸਭ ਤੋਂ ਲੇਟੈਸਟ ਸੀਗਾ ਸਾਡਾ ਫੈਮਿਲੀ ਗਰੁੱਪ ਸੀਗਾ ਐਂਡ ਉਸ ਤੇ ਮੈਂ ਦੁਪਹਿਰੀ ਆਪਰੇਸ਼ਨ ਕਰਕੇ ਹਟਿਆ 4 ਵਜੇ ਤੇ ਮੈਂ ਉਸ ਤੇ ਪੜਿਆ ਕਿ ਸਾਰੇ ਹੈਪੀ ਬਰਥਡੇ ਮਮ ਲਿਖ ਰਹੇ ਤੇ ਮੇਰੀ ਸਿਸਟਰ ਵੀ ਲਿਖ ਰਹੀ ਹੈ ਮੈਂ ਕਿਹਾ ਇਹ ਕਿਉਂ ਲਿਖ ਰਹੀ ਹੈ ਸਡਨਲੀ ਸਟ੍ਰਾਈਕ ਕੀਤਾ ਕਿ ਮੇਰੀ ਮਦਰ ਦਾ ਸੋ ਇਹ ਸਾਡੇ ਨਾਲ ਬੜੀ ਵਾਰੀ ਹੁੰਦਾ ਹੈ ਨਾਟ ਦੈਟ ਯੂ ਵੁੱਡ ਇੰਟੈਂਡ ਟੂ ਪਰ ਅਸੀਂ ਜੋ ਪੇਸ਼ੈਂਟਸ ਹੁੰਦੇ ਉਹ ਲਾਈਫ ਐਂਡ ਡੈਥ ਇੰਨਾ ਜ਼ਿਆਦਾ ਓਵਰਪਾਵਰ ਕਰ ਲੈਂਦਾ ਹੈ ਕਿ ਸਾਰੀ ਪਰਸਨਲ ਕਮਿਟਮੈਂਟਸ ਇਨਸਾਨ ਭੁੱਲ ਜਾਂਦਾ ਹੈ ਬਾਅਦ ਚ ਬਈ ਹੈ ਤੇ ਮਾੜੀ ਗੱਲ ਜਿਹਦੇ ਲਈ ਹੋਏਗਾ ਉਹ ਤੇ ਮਨ ਕਰੇਗਾ ਫਿਰ ਮਾਫੀ ਮੰਗ ਲਈਦੀ ਹੈ ਉਹਨਾਂ ਨੂੰ ਪਤਾ ਹੈ ਕਿ ਚੋਇਸ ਤੇ ਹੈ ਕੋਈ ਨਹੀਂ ਯਾਰ ਐਜ਼ ਐਨ ਐਕਸਪਰਟ ਮੈਂ ਬਹੁਤ ਵਾਰੀ ਸਪੋਰਟਸ ਪਰਸਨਸ ਨੂੰ ਸਟੱਡੀਜ਼ ਵੀ ਕੀਤੀ ਥੋਰੋ ਵੀ ਕੀਤਾ ਹੈਗਾ ਮੈਂ ਹਮੇਸ਼ਾ ਕਹਿਣਾ ਕਿ ਐਕਸਰਸਾਈਜ਼ ਕਰਨਾ ਬਹੁਤ ਵਧੀਆ ਤਰੀਕਾ ਹੈ ਪਰ ਸਹੀ ਤਰੀਕੇ ਨਾਲ ਕਰਨਾ ਬਹੁਤ ਜ਼ਰੂਰੀ ਹੈ ਇਹ ਮੈਂ ਇਸ ਕਰਕੇ ਬੋਲ ਰਿਹਾ ਬਿਕੋਜ਼ ਸਾਡੇ ਇੱਥੇ ਸਿਰਫ ਜੋਸ਼ ਤੇ ਬਹੁਤ ਹੈ ਪੈਸ਼ਨ ਵੀ ਬਹੁਤ ਹੈ ਪਰ ਟ੍ਰੇਨਿੰਗ 'ਚ ਬਹੁਤ ਕਮੀ ਹੈ ਸੋ ਫॉर ऑल ऑफ देम प्रॉपर वार्म अप करना सब तो इंपॉर्टेंट एक बेसलाइन है मैं कोई रॉकेट साइंस नहीं दस रहा आई एम नॉट रीइन्वेंटिंग द व्हील प्रॉपर वार्म अप बिफोर एक्सरसाइजेस एंड प्रॉपर टेक्निक ऑफ एक्सरसाइजिंग ਇਹ ਦੋ ਚੀਜ਼ਾਂ ਬਾਰੇ ਸਾਨੂੰ ਸਮਝਣ ਦੀ ਬਹੁਤ ਲੋੜ ਹੈ ਸਾਡੇ ਸਾਰਿਆਂ 'ਚ ਸਟੈਮਿਨਾ ਵੀ ਹੈ ਪੈਸ਼ਨ ਵੀ ਹੈ ਡਰਾਈਵ ਵੀ ਹੈ ਬਟ ਪਹਿਲੀ ਦੋ ਚੀਜ਼ਾਂ ਮਿਸਿੰਗ ਨੇ ਜੇ ਅਸੀਂ ਇਹ ਦੋ ਚੀਜ਼ਾਂ ਇਨਵੋਲਵ ਕਰ ਲਈਏ ਇਟਸ ਅ ਵੈਰੀ ਬੇਸਲਾਈਨ ਨੇ ਲੇਕਿਨ ਤੁਹਾਨੂੰ ਜ਼ਿੰਦਗੀ 'ਚ ਬਹੁਤ ਮਦਦ ਕਰੇਗੀ ਬਿਕੋਜ਼ ਇੱਕ ਸਪੋਰਟਸਮੈਨ ਦੀ ਇੱਕ ਵਾਰੀ ਮਸਲ ਇੰਜਰੀ ਹੋ ਗਈ ਹੁਣ ਸਾਡੇ ਸਾਹਮਣੇ ਇੱਕ ਸਪੋਰਟਸਮੈਨ ਬੈਠਾ ਟੈਨਿਸ ਐਲਬੋ ਕਰਕੇ ਸੋ ਵਨਸ ਇੰਜਰਡ ਯੂ ਆਰ ਆਲਵੇਜ਼ ਇੰਜਰਡ ਤੇ ਇਸ ਕਰਕੇ ਪਹਿਲੇ ਕੋਸ਼ਿਸ਼ ਕਰੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਯਾਰ ਇਜ਼ ਅ ਪ੍ਰੋਵਰਬ ਯੂ ਹੈਵ ਹਿਟ ਦ ਨੇਲ ਔਨ ਦ ਹੈਡ
है बिल्कुल सही बोले है। मैंने पूछो यार मैं जिम करदा, मैं एक ऑर्थोपेडिक सर्जन हाँ एंड आई हैव बीन डूइंग इट एंड मैं यंगस्टर्स ਨੂੰ ਦੇਖਦਾ, ਪਰ ਇਹ ਹੁੰਦਾ ਹੈ ਕਿ ਜੋ ਮਰਜ਼ੀ ਹੋਏ ਅਨਵਾਂਟਡ ਐਡਵਾਈਸ ਕੋਈ ਨਹੀਂ ਮੰਨਣਾ ਚਾਹੁੰਦਾ। ਠੀਕ ਹੈ। ਸੋ ਇਹ ਸਾਰੇ ਮਾਮਲੇ ਮੈਂ ਦੱਸਣਾ ਚਾਹੂੰਗਾ, ਜਿਮ 'ਚ ਜਾ ਕੇ ਹੈਵੀ ਵੇਟਸ ਕਰਨਾ ਯਾਰ, ਵੀਰੇ ਹੱਥ ਦੇ ਦੋ ਹੋਰ ਲਾ ਲਈਏ, ਠੀਕ ਹੈ ਨਾ, ਮੈਨੂੰ ਹੱਥ, ਦਿਸ ਇਜ਼ ਗੋਇੰਗ ਟੂ ਰੂਇਨ ਯੋਰ ਮਸਲਸ, ਬਰਬਾਦ ਕਰ ਦੇਗਾ। बेसिकली नंबर ए प्रॉपर टेक्निक, नंबर 2 प्रॉपर वार्म अप एंड इंक्रीमेंटल गेन, मोर रेपिटेशंस इज द आंसर। सिर्फ हैवी वेट चुक के वो 6 एक्स्ट्रा सपोर्ट ला के चेस्ट लगाना है वो करना कुछ नहीं बनता। दूसरा, हर वेले वेट चुकन वेले अपनी बैक का ध्यान रखो। सब तो ज़्यादा जी मसल तो तंग करेगी सारी लाइफ ਲਈ, मेरे को जिन्ने भी स्पोर्ट्समैन जिम वाले आंदे ने पहलवान सारे, सब दी 80% ਦੀ बैक किस ना किस स्टेज से डैमेज होंदी ने, बिकॉज ਉਹ बेल्ट्स पाते नहीं, प्रॉपर वार्म अप करके करते नहीं, प्रॉपर टेक्निक नाल वेट्स लिफ्ट नहीं करते। तो इस करके इन आर मेडिकल लैंग्वेज वी से वंस अ बैक पेशेंट ऑलवेज अ बैक पेशेंट। तो इस करके सब तो पहला वार्म अप करो, प्रॉपर टेक्निक का इस्तेमाल करो, जो वेट्स हैवी करने हैं तो अपनी बैक बेल्ट जरूर यूज़ करो, तो अपनी बैक ਨੂੰ ਇੰਜਰੀ ਤੋਂ ਜ਼ਰੂਰ ਬਚਾਓ। ਸਾਡੇ ਕੋਲ ਜਿਹੜੇ 올ਡ ਏਜ ਵਾਲੇ ਆਉਂਦੇ ਨੇ, ਮੇਨਲੀ ਜੇ ਆਵਾਮ ਨੂੰ ਮੈਂ ਕਹਿਣਾ ਚਾਹੂੰਗਾ, ਖਾਸ ਕਰਕੇ ਇਸ ਲਈ ਕਿਉਂਕਿ ਸਾਡੇ ਇੱਥੇ ਜਾਗਰੂਕਤਾ ਜਿਹੜੀ ਅਵੇਅਰਨੈਸ ਹੈ ਬਹੁਤ ਲਿਮਿਟਡ ਹੈ। ਲੋਕੀ ਸਪੈਸ਼ਲਿਸਟ ਕੋਲ ਠੀਕ ਟਾਈਮ ਤੇ ਜਾਂਦੇ ਨਹੀਂ। ਜੇ ਲੋਕੀ ਸਪੈਸ਼ਲਿਸਟ ਕੋਲ ਠੀਕ ਸਮੇਂ ਤੇ ਜਾਣ, ਪ੍ਰੋਪਰ ਆਪਣਾ ਟ੍ਰੀਟਮੈਂਟ ਲੈਣ, ਉਹਦੀ ਗਾਈਡੈਂਸ ਲੈਣ, ਤੇ ਸ਼ਾਇਦ ਜਿਹੜੇ ਸਾਡੇ ਜੋ ਵੀ XYZ ਆਪਰੇਸ਼ਨ ਹੁੰਦੇ ਨੇ 30% ਬਚ ਸਕਣ। ਲੇਕਿਨ ਜਦੋਂ ਬਚਾਉਣ ਦੀ ਲੋੜ ਸੀ ਉਸ ਵੇਲੇ ਸਲਾਹ ਲਿੱਤੀ ਨਹੀਂ, ਜਦੋਂ ਖਰਾਬ ਹੋ ਗਿਆ ਉਸ ਵੇਲੇ ਆਪਰੇਸ਼ਨਾਂ ਤੋਂ ਇਲਾਵਾ ਕੋਈ ਚੋਇਸ ਨਹੀਂ ਹੈ। ਸੋ ਇਸ ਲਈ ਅਵੇਅਰਨੈਸ ਬਹੁਤ ਵੱਡੀ ਚੀਜ਼ ਹੈ। ਜਦੋਂ ਪ੍ਰੋਬਲਮ ਆਏ ਇੱਕ ਸਪੈਸ਼ਲਿਸਟ ਡਾਕਟਰ ਨੂੰ ਮਿਲੋ। ਅੱਜ ਕੱਲ੍ਹ ਬਹੁਤ ਸਾਰੀ ਮੈਡੀਸਿਨਸ, ਬਹੁਤ ਸਾਰੀ ਐਕਸਰਸਾਈਜ਼ਸ, ਫਿਜ਼ੀਓਥੈਰੇਪੀ ਹੈ ਜਿਹੜੀ ਕਾਫੀ ਚੀਜ਼ਾਂ ਨੂੰ ਸਰਜਰੀਜ਼ ਤੱਕ ਸਰਜਰੀ ਇੱਕ ਰਾਮਬਾਨ ਹੈ ਯਾਰ, ਸਭ ਕੁਝ ਫੇਲ ਨਹੀਂ ਕੀਤਾ, ਇੱਕ ਰਾਮਬਾਨ ਸਾਡੇ ਕੋਲ ਅਲਾਈਵ ਹੈ। ਲੇਕਿਨ ਜਿਸ ਤਰ੍ਹਾਂ ਲੜਾਈ ਅਸੀਂ ਕਰਦੇ ਹਾਂ, ਲੜਾਈ ਤਰੀਕਾ ਹੈ ਆਪਣੇ ਕੋਲ, ਲੇਕਿਨ ਪਹਿਲਾਂ ਥੋੜ੍ਹਾ ਲੜਾਈ ਕਰਨ ਬਹਿ ਜਾਂਦੇ ਹਾਂ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਅਵੇਅਰਨੈਸ ਬਿਲਡ ਕਰਨੀ ਹੈ ਆਪਣੀ ਆਵਾਮ ਦੇ ਵਿੱਚ, ਪ੍ਰੋਪਰ ਐਕਸਰਸਾਈਜ਼ਸ ਕਰਨੀਆਂ ਨੇ, ਵੇਟ ਕੰਟਰੋਲ ਕਰਨਾ ਹੈ, ਪ੍ਰੋਪਰ ਮੈਡੀਸਿਨਸ ਲੈਣੀ ਹੈ, ਐਕਸਰਸਾਈਜ਼ਸ ਕਰਨੀ ਹੈ। ਜੇ ਸਭ ਕੁਝ ਕੰਮ ਨਾ ਕੀਤਾ ਦੈਨ ਬੈਕ ਆਫ ਸਰਜਰੀਜ਼ ਇਜ਼ ਆਲਵੇਜ਼ ਅਲਾਈਵ।